ਸਤਿ ਸ੍ਰੀ ਅਕਾਲ। ਕਦੇ ਸੋਚਿਆ ਕਿ ਇੱਕ ਕੰਪਨੀ ਸਿਰਫ ਵਪਾਰ ਹੀ ਨਾ ਕਰੇ ਬਲਕਿ ਇੱਕ ਪੂਰੇ ਦੇਸ਼ ਤੇ ਰਾਜ ਕਰਨ ਲੱਗ ਪਵੇ? ਵੈਲ 18ਵੀਂ ਸਦੀ ਵਿੱਚ ਭਾਰਤ 'ਚ ਬਿਲਕੁਲ ਇਹੀ ਹੋ ਰਿਹਾ ਸੀ ਤੇ ਇਸੇ ਗੜਬੜ ਨੂੰ ਸੁਲਝਾਉਣ ਲਈ ਬਣਾਇਆ ਗਿਆ ਸੀ 1784 ਦਾ ਪਿਟਸ ਇੰਡੀਆ ਐਕਟ। ਆਓ ਅੱਜ ਇਸ ਨੂੰ ਸਮਝਦੇ ਹਾਂ ਕਿ ਕਿਵੇਂ ਇਸ ਇੱਕ ਕਾਨੂੰਨ ਨੇ ਭਾਰਤ ਦਾ ਪੂਰਾ ਭਵਿੱਖ ਹੀ ਬਦਲ ਕੇ ਰੱਖ ਦਿੱਤਾ। ਇਹੀ ਉਹ ਸਵਾਲ ਸੀ ਜੋ 18ਵੀਂ ਸਦੀ ਦੇ ਬ੍ਰਿਟੇਨ ਵਿੱਚ ਹਰ ਕਿਸੇ ਦੇ ਦਿਮਾਗ ਵਿੱਚ ਘੁੰਮ ਰਿਹਾ ਸੀ। ਇੱਕ ਵਪਾਰਕ ਕੰਪਨੀ ਈਸਟ ਇੰਡੀਆ ਕੰਪਨੀ ਹੌਲੀ-ਹੌਲੀ ਕਰਕੇ ਭਾਰਤ ਦੀ ਅਸਲੀ ਹਾਕਮ ਬਣਦੀ ਜਾ ਰਹੀ ਸੀ ਤੇ ਇਹ ਗੱਲ ਕਿਸੇ ਦੇ ਹਿਸਾਬ ਵਿੱਚ ਨਹੀਂ ਆ ਰਹੀ ਸੀ ਕਿ ਹੋ ਕਿਵੇਂ ਰਿਹਾ ਤੇ ਕੀ ਇਹ ਸਹੀ ਹੈ। ਦੇਖੋ, ਇਸ ਸਭ ਦੀ ਸ਼ੁਰੂਆਤ ਹੋਈ ਸੀ ਜੰਗ ਦੇ ਮੈਦਾਨਾਂ ਤੋਂ। 1757 'ਚ ਪਲਾਸੀ ਦੀ ਲੜਾਈ ਤੇ ਫਿਰ 1764 'ਚ ਬਕਸਰ ਦੀ ਲੜਾਈ ਜਿੱਤਣ ਤੋਂ ਬਾਅਦ ਈਸਟ ਇੰਡੀਆ ਕੰਪਨੀ ਹੁਣ ਸਿਰਫ ਇੱਕ ਵਪਾਰੀ ਨਹੀਂ ਰਹਿ ਗਈ ਸੀ, ਉਹ ਇੱਕ ਤਰ੍ਹਾਂ ਨਾਲ ਭਾਰਤ ਦੀ ਸ਼ਾਸਕ ਬਣ ਗਈ ਸੀ। ਪਰ ਜਦੋਂ ਤਾਕਤ ਬੇਲਗਾਮ ਹੋ ਜਾਵੇ ਤਾਂ ਨਤੀਜੇ ਅਕਸਰ ਬਹੁਤ ਭਿਆਨਕ ਨਿਕਲਦੇ ਨੇ। ਤਾਂ ਜਦੋਂ ਇੱਕ ਕੰਪਨੀ ਦੇ ਹੱਥ ਬੇਹਿਸਾਬ ਤਾਕਤ ਲੱਗ ਜਾਵੇ ਤਾਂ ਹੁੰਦਾ ਕੀ ਹੈ? ਉਸਨੇ ਇਸ ਤਾਕਤ ਦਾ ਇਸਤੇਮਾਲ ਕਿਵੇਂ ਕੀਤਾ? ਵੈਲ, ਜਵਾਬ ਬਹੁਤ ਹੀ ਹਨੇਰਾ ਹੈ। ਜਦੋਂ ਪੁੱਛਣ ਵਾਲਾ ਕੋਈ ਨਾ ਹੋਵੇ ਤੇ ਤਾਕਤ ਬੇਹਿਸਾਬ ਹੋਵੇ ਤਾਂ ਉਹੀ ਹੁੰਦਾ ਹੈ ਜਿਸ ਦਾ ਡਰ ਸੀ। ਕੰਪਨੀ ਦੇ ਅਧਿਕਾਰੀਆਂ ਲਈ ਨਿੱਜੀ ਲਾਭ ਸਭ ਤੋਂ ਉੱਪਰ ਹੋ ਗਿਆ ਤੇ ਇਸ ਨਾਲ ਭ੍ਰਿਸ਼ਟਾਚਾਰ ਤੇ ਸ਼ੋਸ਼ਣ ਦਾ ਇੱਕ ਅਜਿਹਾ ਦੌਰ ਸ਼ੁਰੂ ਹੋਇਆ ਜਿਸ ਨੇ ਪੂਰੇ ਖੇਤਰ ਨੂੰ ਆਪਣੀ ਲਪੇਟ 'ਚ ਲੈ ਲਿਆ। ਤੇ ਇਸ ਸਭ ਦਾ ਅਸਰ ਕਿਹਦੇ ਤੇ ਪਿਆ? ਸਿੱਧਾ ਆਮ ਲੋਕਾਂ ਤੇ। ਕੰਪਨੀ ਦੇ ਅਫਸਰ ਆਪਣੀਆਂ ਜੇਬਾਂ ਭਰ ਰਹੇ ਸੀ, ਲੋਕਾਂ ਨੂੰ ਲੁੱਟ ਰਹੇ ਸੀ, ਕਿਸਾਨ ਕਰਜ਼ੇ 'ਚ ਡੁੱਬ ਰਹੇ ਸੀ ਤੇ ਛੋਟੇ-ਮੋਟੇ ਵਪਾਰੀ ਬਰਬਾਦ ਹੋ ਰਹੇ ਸੀ। ਬੰਗਾਲ, ਬਿਹਾਰ ਤੇ ਉੜੀਸਾ ਵਰਗੇ ਅਮੀਰ ਸੂਬਿਆਂ ਨੂੰ ਆਰਥਿਕ ਤੌਰ ਤੇ ਪੂਰੀ ਤਰ੍ਹਾਂ ਨਿਚੋੜਿਆ ਜਾ ਰਿਹਾ ਸੀ। ਪਰ ਇਸ ਸਭ ਦਾ ਸਭ ਤੋਂ ਭਿਆਨਕ, ਸਭ ਤੋਂ ਦਰਦਨਾਕ ਨਤੀਜਾ ਸੀ 1770 ਦਾ ਅਕਾਲ। ਇੱਕ ਅਜਿਹਾ ਭਿਆਨਕ ਅਕਾਲ ਜਿਸ ਵਿੱਚ ਲੱਖਾਂ ਲੋਕਾਂ ਦੀ ਜਾਨ ਚਲੀ ਗਈ। ਇਹ ਇੱਕ ਅਜਿਹੀ ਤਰਾਸਦੀ ਸੀ ਜਿਸ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਸੀ। ਤਾਂ ਜਦੋਂ ਇੰਨਾ ਕੁਝ ਹੋ ਰਿਹਾ ਸੀ, ਬ੍ਰਿਟਿਸ਼ ਸਰਕਾਰ ਨੇ ਕੁਝ ਕਰਨ ਦੀ ਕੋਸ਼ਿਸ਼ ਤਾਂ ਕੀਤੀ, ਪਰ ਉਹ ਕੋਸ਼ਿਸ਼ ਕਹਿ ਲਓ ਪੂਰੀ ਤਰ੍ਹਾਂ ਫੇਲ ਹੋ ਗਈ। ਮਤਲਬ ਕਾਨੂੰਨ ਤਾਂ ਬਣਾਇਆ ਗਿਆ ਸੀ ਕੰਪਨੀ ਨੂੰ ਕੰਟਰੋਲ ਕਰਨ ਲਈ, ਪਰ ਅਸਲ 'ਚ ਹੋਇਆ ਕੁਝ ਨਹੀਂ। ਨਾ ਭ੍ਰਿਸ਼ਟਾਚਾਰ ਰੋਕਿਆ, ਨਾ ਹੀ ਹਫੜਾ-ਦਫੜੀ। ਤਾਂ ਹੁਣ ਇਹ ਤਾਂ ਸਾਫ਼ ਸੀ ਕਿ ਕੋਈ ਵੱਡਾ ਤੇ ਸਖਤ ਕਦਮ ਚੁੱਕਣਾ ਹੀ ਪੈਣਾ। ਤੇ ਫਿਰ ਸੰਨ 1784 ਵਿੱਚ ਇੱਕ ਅਜਿਹਾ ਕਾਨੂੰਨ ਆਇਆ ਜਿਸ ਨੇ ਸਭ ਕੁਝ ਬਦਲ ਕੇ ਰੱਖ ਦਿੱਤਾ। ਇਹ ਸੀ ਪਿਟਸ ਇੰਡੀਆ ਐਕਟ। ਇਸ ਨੂੰ ਉਸ ਵੇਲੇ ਦੇ ਬਹੁਤ ਹੀ ਨੌਜਵਾਨ ਪ੍ਰਧਾਨ ਮੰਤਰੀ ਵਿਲੀਅਮ ਪਿਟ ਦ ਯੰਗਰ ਨੇ ਪੇਸ਼ ਕੀਤਾ ਸੀ। ਪਿਟ ਦਾ ਆਈਡੀਆ ਬਹੁਤ ਸਿੰਪਲ ਸੀ ਪਰ ਕਮਾਲ ਦਾ ਸੀ। ਉਹਨਾਂ ਨੇ ਕਿਹਾ, ਦੇਖੋ, ਸਾਰੀ ਗੜਬੜ ਦੀ ਜੜ ਇਹ ਹੈ ਕਿ ਇੱਕੋ ਕੰਪਨੀ ਵਪਾਰ ਵੀ ਕਰ ਰਹੀ ਹੈ ਤੇ ਰਾਜ ਵੀ। ਤਾਂ ਹੱਲ ਕੀ ਹੈ? ਬਸ ਇਹਨਾਂ ਦੋਵਾਂ ਨੂੰ ਵੱਖ ਕਰ ਦਿਓ। ਕੰਪਨੀ ਵਪਾਰ ਕਰੇ ਤੇ ਸਰਕਾਰ ਰਾਜ ਕਰੇ। ਤੇ ਇਸੇ ਆਈਡੀਆ ਨੂੰ ਅਮਲ 'ਚ ਲਿਆਉਣ ਲਈ ਇੱਕ ਨਵਾਂ ਸਿਸਟਮ ਬਣਾਇਆ ਗਿਆ ਜਿਸ ਨੂੰ ਕਿਹਾ ਜਾਂਦਾ ਹੈ ਡਿਊਅਲ ਕੰਟਰੋਲ, ਯਾਨੀ ਕਿ ਦੋਹਰਾ ਕੰਟਰੋਲ। ਹੁਣ ਇਹ ਦੋਹਰਾ ਕੰਟਰੋਲ ਹੈ ਕੀ ਸੀ? ਬਹੁਤ ਹੀ ਸਿੱਧਾ ਜਿਹਾ ਕੰਮ ਸੀ। ਕੰਮ ਵੰਡ ਦਿੱਤੇ ਗਏ, ਮਤਲਬ ਰਾਜਨੀਤੀ ਵਾਲੇ ਕੰਮ ਕੋਈ ਹੋਰ ਕਰੇਗਾ ਤੇ ਵਪਾਰ ਵਾਲੇ ਕੰਮ ਕੋਈ ਹੋਰ। ਸ਼ਕਤੀਆਂ ਦੀ ਇੱਕਦਮ ਸਾਫ਼ ਵੰਡ। ਤਾਂ ਇਹ ਵੰਡ ਕੀਤੀ ਕਿਵੇਂ ਗਈ? ਦੇਖੋ, ਬ੍ਰਿਟਿਸ਼ ਸਰਕਾਰ ਨੇ ਇੱਕ ਨਵਾਂ ਬੋਰਡ ਬਣਾਇਆ, ਬੋਰਡ ਆਫ ਕੰਟਰੋਲ। ਇਹਨਾਂ ਦਾ ਕੰਮ ਸੀ ਸਾਰੇ ਰਾਜਨੀਤਿਕ, ਫੌਜੀ ਤੇ ਸਿਵਲ ਮਾਮਲੇ ਦੇਖਣਾ, ਮਤਲਬ ਅਸਲੀ ਸਰਕਾਰ ਵਾਲੇ ਕੰਮ। ਤੇ ਦੂਜੇ ਪਾਸੇ ਕੰਪਨੀ ਦੇ ਜਿਹੜੇ ਕੋਰਟ ਆਫ ਡਾਇਰੈਕਟਰਜ਼ ਸੀ, ਉਹਨਾਂ ਨੂੰ ਕਿਹਾ ਗਿਆ, ਤੁਸੀਂ ਹੁਣ ਸਿਰਫ ਤੇ ਸਿਰਫ ਵਪਾਰ ਦੇਖੋ, ਪੈਸੇ ਤੇਲੇ ਦਾ ਹਿਸਾਬ ਰੱਖੋ, ਬਸ। ਇਹ ਬਦਲਾਅ ਸਿਰਫ ਲੰਡਨ 'ਚ ਨਹੀਂ ਹੋਇਆ, ਇਸ ਦਾ ਅਸਰ ਭਾਰਤ 'ਚ ਵੀ ਪਿਆ। ਇੱਥੇ ਗਵਰਨਰ ਜਨਰਲ ਦੀ ਪਾਵਰ ਬਹੁਤ ਵਧਾ ਦਿੱਤੀ ਗਈ। ਮਦਰਾਸ ਤੇ ਬੰਬਈ ਦੀਆਂ ਪ੍ਰੈਜ਼ੀਡੈਂਸੀਆਂ ਵੀ ਸਿੱਧਾ ਉਹਦੇ ਥੱਲੇ ਕਰ ਦਿੱਤੀਆਂ। ਤੇ ਸਭ ਤੋਂ ਵੱਡੀ ਗੱਲ, ਹੁਣ ਜੰਗ ਕਰਨੀ ਹੈ ਜਾਂ ਕੋਈ ਸੰਧੀ, ਇਸ ਲਈ ਲੰਡਨ ਤੋਂ ਪੁੱਛਣਾ ਪਵੇਗਾ। ਪਰ ਇਸ ਐਕਟ ਦਾ ਅਸਲ ਮਤਲਬ ਕੀ ਸੀ? ਇਸ ਦੇ ਲੰਬੇ ਸਮੇਂ ਦੇ ਨਤੀਜੇ ਕੀ ਨਿਕਲੇ? ਇਹੀ ਤਾਂ ਇਸ ਦੀ ਸਭ ਤੋਂ ਵੱਡੀ ਕਹਾਣੀ ਹੈ ਜਿਸ ਨੇ ਬ੍ਰਿਟਿਸ਼ ਸਾਮਰਾਜ ਦੀ ਨੀਂਹ ਰੱਖੀ। ਇਹ ਐਕਟ ਇੱਕ ਤਰ੍ਹਾਂ ਨਾਲ ਇੱਕ ਸਫ਼ਰ ਦੀ ਸ਼ੁਰੂਆਤ ਸੀ। ਪਹਿਲਾ ਕਦਮ, ਕੰਪਨੀ ਦੀ ਰਾਜਨੀਤਿਕ ਤਾਕਤ ਖਤਮ। ਦੂਜਾ ਕਦਮ, ਬ੍ਰਿਟਿਸ਼ ਸਰਕਾਰ ਦਾ ਸਿੱਧਾ ਦਖਲ ਸ਼ੁਰੂ। ਤੇ ਤੀਜਾ ਤੇ ਆਖਰੀ ਕਦਮ, ਭਾਰਤ ਵਿੱਚ ਇੱਕ ਸੱਚੇ ਸਾਮਰਾਜੀ ਪ੍ਰਸ਼ਾਸਨ ਦੀ ਨੀਂਹ ਰੱਖੀ ਗਈ। ਇਤਿਹਾਸਕਾਰਾਂ ਦੀ ਇੱਕ ਗੱਲ ਇਸ ਐਕਟ ਦੀ ਪੂਰੀ ਕਹਾਣੀ ਦੱਸ ਦਿੰਦੀ ਹੈ। ਉਹ ਕਹਿੰਦੇ ਨੇ, ਪਲਾਸੀ ਤੇ ਬਕਸਰ ਦੀਆਂ ਲੜਾਈਆਂ ਨੇ ਕੰਪਨੀ ਨੂੰ ਤਾਕਤ ਤਾਂ ਜ਼ਰੂਰ ਦਿੱਤੀ, ਪਰ ਅਸਲੀ ਬ੍ਰਿਟਿਸ਼ ਸਾਮਰਾਜ ਦੀ ਨੀਂਹ ਉਹ ਪਿਟਸ ਇੰਡੀਆ ਐਕਟ ਨੇ ਹੀ ਰੱਖੀ ਸੀ। ਸੋਚ ਕੇ ਦੇਖੋ, ਇਹ ਸਿਰਫ ਕਾਗਜ਼ ਦਾ ਟੁਕੜਾ ਨਹੀਂ ਸੀ, ਇਹ ਇੱਕ ਐਲਾਨਨਾਮਾ ਸੀ। ਇਹ ਐਲਾਨ ਸੀ ਕਿ ਹੁਣ ਕੰਪਨੀ ਦਾ ਰਾਜ ਖਤਮ ਤੇ ਬ੍ਰਿਟਿਸ਼ ਰਾਜ ਦੀ ਰਸਮੀ ਸ਼ੁਰੂਆਤ ਹੋ ਚੁੱਕੀ ਹੈ। ਤੇ ਅਖੀਰ ਵਿੱਚ ਇਹ ਸਾਰੀ ਕਹਾਣੀ ਸਾਨੂੰ ਇੱਕ ਬਹੁਤ ਵੱਡੇ ਸਵਾਲ ਤੇ ਲਿਆ ਕੇ ਖੜਾ ਕਰ ਦਿੰਦੀ ਹੈ। ਇੱਕ ਐਸਾ ਸਵਾਲ ਜੋ ਅੱਜ ਵੀ ਓਨਾ ਹੀ ਜ਼ਰੂਰੀ ਹੈ।
ਆਖਿਰ ਹੁੰਦਾ ਕੀ ਹੈ ਜਦੋਂ ਕਿਸੇ ਕੰਪਨੀ ਦਾ ਮੁਨਾਫਾ ਕਮਾਉਣ ਦਾ ਲਾਲਚ ਇੱਕ ਦੇਸ਼ ਨੂੰ ਚਲਾਉਣ ਦੀਆਂ ਜ਼ਿੰਮੇਵਾਰੀਆਂ ਨਾਲ ਟਕਰਾ ਜਾਂਦਾ ਹੈ? ਇਸ ਬਾਰੇ ਸੋਚਣਾ ਬਹੁਤ ਜ਼ਰੂਰੀ ਹੈ।